ਪਿਆਰੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕਵੀਆਂ ਵਿੱਚੋਂ ਅੱਜ ਮੈਂ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਅਤੇ ਉਹਨਾਂ ਦੇ ਸਾਹਿਤਕ ਯੋਗਦਾਨ ਬਾਰੇ ਗੱਲ ਕਰਾਂਗੀ ਅਤੇ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਉਹਨਾਂ ਦੀਆਂ ਕਵਿਤਾਵਾਂ ਦੀ ਵਿਆਖਿਆ ਵੀ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਵਿਖੇ ਗਿਆਨੀ ਕਰਤਾਰ ਸਿੰਘ ਹਿਤਕਾਰੀ ਜੀ ਦੇ ਘਰ ਹੋਇਆ। ਹਿਤਕਾਰੀ ਜੀ ਕਲਾਤਮਕ ਦਿਲਚਸਪੀਆਂ ਦੇ ਮਾਲਕ ਸਨ। ਉਹਨਾਂ ਦੀਆਂ ਇਹਨਾਂ ਦਿਲਚਸਪੀਆਂ ਨੇ ਹੀ ਅੰਮ੍ਰਿਤਾ ਪ੍ਰੀਤਮ ਨੂੰ ਕਵਿਤਾ ਲਿਖਣ ਲਈ ਪ੍ਰੇਰਿਆ। ਮੁੱਢਲੀ ਕਵਿਤਾ ਵਿੱਚ ਜਿਹੜਾ ਰਵਾਇਤੀ ਰੰਗ ਨਜ਼ਰ ਆਉਂਦਾ ਹੈ ਉਹ ਇਸ ਪ੍ਰੇਰਨਾ ਦਾ ਹੀ ਸਿੱਟਾ ਹੈ। ਇਹ ਰੰਗ ਅਸੀਂ ਉਹਨਾਂ ਦੇ ਕਾਵਿ ਸੰਗ੍ਰਹਿ ਅੰਮ੍ਰਿਤ ਲਹਿਰਾਂ ਵਿੱਚੋਂ ਵੇਖ ਸਕਦੇ ਹਾਂ। 31 ਅਕਤੂਬਰ 2005 ਨੂੰ ਉਹ ਇਸ ਸੰਸਾਰ ਨੂੰ ਸਦਾ ਲਈ ਵਿਛੋੜਾ ਦੇ ਗਏ। ਉਹਨਾਂ ਦੀ ਸਾਹਿਤਕ ਦੇਣ ਦੀ ਗੱਲ ਜਦੋਂ ਕਰਦੇ ਹਾਂ ਤਾਂ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਉਹਨਾਂ ਦੇ ਕਾਵਿ ਸੰਗ੍ਰਹਿ ਨੇ ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਸਾਂਝ ਦੀ ਲਾਲੀ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਲੋਕ ਪੀੜ, ਪੱਥਰ ਗੀਟੇ, ਲੰਮੀਆਂ ਵਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ, ਨਿੱਕੀ ਜਿਹੀ ਸੁਗਾਤ, ਸਰਗੀ ਵੇਲਾ, ਸੁਨੇਹੜੇ, ਕਸਤੂਰੀ, ਨਾਗਮਣੀ, 6 ਰੁੱਤਾਂ, ਕਾਗਜ਼ ਤੇ ਕੈਨਵਸ। ਉਹਨਾਂ ਦੇ ਕਹਾਣੀ ਸੰਗ੍ਰਹਿ ਨੇ 26 ਵਰ੍ਹੇ ਬਾਅਦ, ਕੁੰਜੀਆਂ, ਆਖਰੀ ਖੱਤ, ਚਾਨਣ ਦਾ ਹੋਕਾ, ਅਜਨਬੀ, ਜੰਗਲੀ ਬੂਟੀ, ਜੰਗ ਤੋਂ ਪਿੱਛੋਂ। ਉਹਨਾਂ ਦੇ ਨਾਵਲ ਨੇ ਧੁੱਪ ਦੀ ਕਾਤਰ, ਦਿੱਲੀ ਦੀਆਂ ਗਲੀਆਂ, ਧਰਤੀ ਸਾਗਰ ਤੇ ਸਿੱਪੀਆਂ, ਇੱਕ ਸੀ ਅਨੀਤਾ, ਚੱਕ ਨੰਬਰ 36, ਪਿੰਜਰ, ਰੰਗ ਦਾ ਪੱਤਾ, ਬੰਦ ਦਰਵਾਜ਼ਾ, ਡਾਕਟਰ ਦੇਵ, ਯਾਤਰੀ, ਜਲਾਵਤਨ, ਤਿਆਗ ਪੱਤਰ, ਜੈ ਸ਼੍ਰੀ। ਵਾਰਤਕ ਰਚਨਾਵਾਂ ਹਨ ਲਾਲ ਗੁਲਾਬ, ਕਿਰਮਚੀ ਲਕੀਰ, ਪੰਜਾਬ ਦੀ ਆਵਾਜ਼, ਮੌਲੀ ਤੇ ਮਹਿੰਦੀ। ਉਹਨਾਂ ਨੇ 3 ਸਫ਼ਰਨਾਮੇ ਲਿਖੇ, ਅੱਗ ਦੀਆਂ ਲੀਕਾਂ, ਬਾਰੀਆਂ ਝਰੋਖੇ, 21 ਪੱਤੀਆਂ ਦਾ ਗੁਲਾਬ। 2 ਸਵੈ ਜੀਵਨੀਆਂ ਹਨ, ਰਸੀਦੀ ਟਿਕਟ ਤੇ ਮੈਂ ਜਮਾਂ ਤੂੰ। ਉਹਨਾਂ ਬਹੁਤ ਸਾਰੀਆਂ ਪੁਸਤਕਾਂ ਅਨੁਵਾਦ ਵੀ ਕੀਤੀਆਂ, ਜਿਨ੍ਹਾਂ ਵਿੱਚੋਂ ਜੰਗ ਤੋਂ ਪਿੱਛੋਂ ਆਤਮ ਕਥਾ ਡਾਕਟਰ ਰਜਿੰਦਰ ਪ੍ਰਸਾਦ ਦੀ, ਤਿਆਗ ਪੱਤਰ ਜਨੇਂਦਰ ਕੁਮਾਰ ਦੀ ਅਤੇ ਕੁਝ ਜਰਮਨ ਕਹਾਣੀਆਂ ਦਾ ਅਨੁਵਾਦ ਕੀਤਾ। ਅੰਮ੍ਰਿਤਾ ਪ੍ਰੀਤਮ ਦੇ ਕਵਿਤਾਵਾਂ ਦੇ ਵਿਸ਼ੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੋਈ ਵੀ ਅਜਿਹਾ ਵਿਸ਼ਾ ਨਹੀਂ ਜਿਹੜਾ ਉਸਨੇ ਆਪਣੀ ਕਵਿਤਾ ਵਿੱਚ ਪੇਸ਼ ਨਾ ਕੀਤਾ ਹੋਵੇ। ਜਿਉਂਦਾ ਜੀਵਨ ਕਾਵਿ ਸੰਗ੍ਰਹਿ ਵਿੱਚ ਧਰਮ ਦੀਆਂ ਚਾਲੂ ਕੀਮਤਾਂ ਵਿਰੁੱਧ ਸਾਹਸ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਵਕਾਲਤ ਕਰਦੀ ਏ। ਤਰੇਲ ਤੁਪਕਾ ਵਿੱਚ ਉਹ ਨਿੱਜੀ ਪਿਆਰ ਅਤੇ ਮਨੁੱਖੀ ਪਿਆਰ ਦੀ ਗੱਲ ਕਰਦੀ ਏ। ਬੰਗਾਲ ਦੇ ਭਿਆਨਕ ਅਕਾਲ ਅਤੇ ਵਿਸ਼ਵ ਯੁੱਧ ਦੀ ਪੀੜ ਦਾ ਵਰਣਨ ਉਹਨੇ ਲੋਕ ਪੀੜ ਕਾਵਿ ਸੰਗ੍ਰਹਿ ਵਿੱਚ ਕੀਤਾ ਹੈ। ਬੰਗਾਲ ਕਵਿਤਾ ਵਿੱਚ ਉਹ ਲਿਖਦੀ ਹੈ, ਭੁੱਖਾਂ ਨਾਲ ਵਿਲਕਦੇ ਹੌਲ, ਸੰਗੀਤ ਦੇ ਘਰਾਂ 'ਚੋਂ ਆਵਾਜ਼ ਆਉਂਦੀ ਏ, ਇੱਕ ਧੋਤੀ ਅਤੇ 2 ਮੁੱਠੀ ਚੌਲ। 1947 ਈਸਵੀ ਦੀ ਵੰਡ ਨੇ ਉਸਦੇ ਜ਼ਖਮਾਂ ਨੂੰ ਹੋਰ ਵੀ ਡੂੰਘਾ ਕੀਤਾ ਅਤੇ ਉਹਨੇ ਪੰਜਾਬ ਵਿੱਚ ਹੁੰਦੇ ਜ਼ੁਲਮਾਂ ਬਾਰੇ ਲਿਖਣ ਲਈ ਵਾਰਸ ਸ਼ਾਹ ਅੱਗੇ ਇਸ ਤਰ੍ਹਾਂ ਫਰਿਆਦ ਕੀਤੀ, ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਪ੍ਰਿੰਸੀਪਲ ਤੇਜਾ ਸਿੰਘ ਨੇ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਹਾ ਹੈ। ਉਸ ਨੂੰ ਇਸਤਰੀ ਦੇ ਦਿਲ ਦੀ ਆਵਾਜ਼ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨੇ ਇਸਤਰੀ ਜਾਤੀ ਦੇ ਜਜ਼ਬਿਆਂ, ਉਸਦੀਆਂ ਪੀੜਾਂ, ਉਹਦੇ ਮਨ ਦੇ ਭਾਵਾਂ, ਉਹਦੀਆਂ ਲੋੜਾਂ ਥੋੜਾਂ ਅਤੇ ਸਧਰਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ। ਸਰਲਤਾ, ਸਾਦਗੀ, ਵਲਵਲਾ, ਵੇਗ, ਠੇਠ, ਪੰਜਾਬੀ ਭਾਸ਼ਾ, ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੀ ਸੁਚੱਜੀ ਵਰਤੋਂ ਉਸ ਦੀ ਕਾਵਿ ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਅੰਮ੍ਰਿਤਾ ਪ੍ਰੀਤਮ ਵਿੱਚ ਕੋਇਲ ਵਰਗਾ ਸੋਜ਼, ਪਪੀਹੇ ਵਰਗੀ ਤੜਪ, ਗਰੁੜ ਵਰਗਾ ਰੰਗ ਅਤੇ ਹੰਸਣੀ ਵਾਂਗ ਸ਼ਬਦਾਂ ਦੇ ਮੋਤੀ ਚੁਣਨ ਦਾ ਕਮਾਲ ਹੈ। ਧਨੀਰਾਮ ਚਾਤਰਕ ਨੇ ਅੰਮ੍ਰਿਤਾ ਨੂੰ ਗੀਤਾਂ ਦੀ ਬਾਦਸ਼ਾਹਣੀ ਕਿਹਾ ਹੈ। ਬਲਵੰਤ ਗਾਰਗੀ ਕਹਿੰਦਾ ਹੈ, ਅੰਮ੍ਰਿਤਾ ਦੇ ਗੀਤ ਕੱਤਕ ਦੀ ਟਿਕਵੀਂ ਰਾਤ ਦੇ ਫੁੱਲਾਂ ਵਾਂਗ ਨਰਮ ਹਨ। ਉਹਨਾਂ ਦੇ ਗੀਤ ਦੀ ਇੱਕ ਉਦਾਹਰਣ
ਇਹ ਦੁਨੀਆ ਵੀ ਤੇਰੇ ਲੇਖੇ, ਉਹ ਦੁਨੀਆ ਵੀ ਤੇਰੇ ਲੇਖੇ, ਦੋਵੇਂ ਦੁਨੀਆ ਵਾਰ ਛੱਡਦੇ ਪਿਆਰ ਕਰਨ ਵਾਲੇ। ਕੁੱਲ ਮਿਲਾ ਕੇ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਾਰੀਆਂ ਕਾਵਿ ਪੁਸਤਕਾਂ, ਨਾਵਲਾਂ, ਵਾਰਤਕ ਰਚਨਾਵਾਂ ਦੀ ਰਚਨਾ ਕੀਤੀ ਅਤੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ। ਅੰਮ੍ਰਿਤਾ ਪ੍ਰੀਤਮ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਕਵਿਤਾਵਾਂ ਦੀ ਵਿਆਖਿਆ ਦੇ ਵਿੱਚ ਤੁਹਾਡੇ ਪਾਠਕ੍ਰਮ ਵਿੱਚ ਲੱਗੀ ਪਹਿਲੀ ਕਵਿਤਾ ਹੈ ਮੇਘਦੂਤ। ਮੇਘ ਮਤਲਬ ਬੱਦਲ, ਦੂਤ ਮਤਲਬ ਸੁਨੇਹਾ ਦੇਣ ਵਾਲਾ। ਕਵਿਤਾ ਦੀ ਵਿਆਖਿਆ ਤੋਂ ਪਹਿਲਾਂ ਪ੍ਰੀਖਿਆ ਦੇ ਵਿੱਚ ਕਿਸੇ ਵੀ ਕਾਵਿ ਟੋਟੇ ਦੀ ਵਿਆਖਿਆ ਕਰਨ ਤੋਂ ਪਹਿਲਾਂ ਉਹਦਾ ਪ੍ਰਸੰਗ ਲਿਖਿਆ ਜਾਂਦਾ ਹੈ। ਪ੍ਰਸੰਗ ਵਿੱਚ 3 ਗੱਲਾਂ ਜੋ ਬਹੁਤ ਜ਼ਰੂਰੀ ਧਿਆਨ ਵਿੱਚ ਰੱਖਣ ਵਾਲੀਆਂ ਹਨ: ਕਿਤਾਬ ਦਾ ਨਾਂ, ਕਵਿਤਾ ਦਾ ਨਾਂ ਅਤੇ ਕਵੀ ਦਾ ਨਾਂ ਪ੍ਰਸੰਗ ਵਿੱਚ ਲਿਖਣਾ ਜ਼ਰੂਰੀ ਹੈ। ਇਸ ਤੋਂ ਬਾਅਦ ਜਿਹੜੀ ਕਵਿਤਾ ਦੀਆਂ ਲਾਈਨਾਂ ਨੇ ਉਸ ਕਵਿਤਾ ਦਾ ਕੇਂਦਰੀ ਥੀਮ ਪ੍ਰਸੰਗ ਵਿੱਚ ਲਿਖਣਾ ਚਾਹੀਦਾ ਹੈ, ਜਿਹਦੇ ਨਾਲ ਪ੍ਰਸੰਗ ਕਾਫੀ ਪ੍ਰਭਾਵਸ਼ਾਲੀ ਬਣ ਜਾਂਦਾ। ਅਤੇ ਉਸ ਤੋਂ ਬਾਅਦ ਕਾਵਿ ਟੋਟੇ ਦੀ ਵਿਆਖਿਆ। ਜੇ ਮੇਘਦੂਤ ਕਵਿਤਾ ਦਾ ਪ੍ਰਸੰਗ ਲਿਖਣਾ ਹੋਵੇ ਤਾਂ ਉਹ ਇਸ ਤਰ੍ਹਾਂ ਹੋਏਗਾ ਕਿ ਇਹ ਕਾਵਿ ਲਾਈਨਾਂ ਪਾਠ ਪੁਸਤਕ ਕਾਵਿਨਾਦ ਵਿੱਚੋਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਮੇਘਦੂਤ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਇੱਕ ਬਿਰਹੋਂ ਕੁੱਠੀ ਪ੍ਰੇਮਿਕਾ ਦੀ ਉਡੀਕ ਨੂੰ ਦਰਸਾਇਆ ਹੈ। ਇਸ ਕਵਿਤਾ ਵਿੱਚ ਇੱਕ ਪ੍ਰੇਮਿਕਾ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਬੈਠੀ ਉਸ ਦੇ ਸੁਨੇਹੇ ਨੂੰ ਉਡੀਕ ਰਹੀ ਹੈ। ਇਹ ਕਵਿਤਾ ਕਾਲੀਦਾਸ ਦੇ ਮੇਘਦੂਤ 'ਤੇ ਆਧਾਰਿਤ ਹੈ, ਜਿਸ ਵਿੱਚ ਪ੍ਰੇਮੀ ਯਕਸ਼ ਆਪਣੀ ਪ੍ਰੇਮਿਕਾ ਨੂੰ ਬੱਦਲ ਰਾਹੀਂ ਪ੍ਰੇਮ ਸੁਨੇਹਾ ਭੇਜਦਾ ਹੈ। ਨਾ ਮੈਂ ਰਹਿੰਦੀ ਅਲਕਾਪੁਰੀ ਵਿੱਚ, ਨਾ ਮੇਰੇ ਮਹਿਲੀਂ ਤਸਵੀਰਾਂ ਇੰਦਰ ਧਨੁਸ਼ ਜਿਹੀਆਂ, ਨਾ ਮੰਦਾਰ ਫੁੱਲ ਦੇ ਲੱਦੇ, ਨਾ ਕੋਈ ਇੱਕ ਸਰੋਵਰ ਜਿਸ ਦੀਆਂ ਪੌੜੀਆਂ ਹੀਰਿਆਂ ਜੜੀਆਂ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਉਹ ਪ੍ਰੇਮਿਕਾ ਕਹਿੰਦੀ ਹੈ ਕਿ ਮੈਂ ਨਾ ਤਾਂ ਅਲਕਾਪੁਰੀ ਵਿੱਚ ਰਹਿੰਦੀ ਹਾਂ, ਨਾ ਹੀ ਮੇਰੇ ਮਹਿਲਾਂ ਵਿੱਚ ਇੰਦਰ ਧਨੁਸ਼ ਜਿਹੀਆਂ ਕੋਈ ਤਸਵੀਰਾਂ ਨੇ, ਅਤੇ ਨਾ ਹੀ ਮੇਰੇ ਮਹਿਲਾਂ ਅੰਦਰ ਫੁੱਲਾਂ ਦੇ ਲੱਦੇ ਹੋਏ ਕੋਈ ਬਗੀਚੇ ਹਨ, ਨਾ ਕੋਈ ਇੱਕ ਸਰੋਵਰ ਜਿਸ ਦੀਆਂ ਪੌੜੀਆਂ ਹੀਰਿਆਂ ਜੜੀਆਂ। ਨਾ ਹੀ ਕੋਈ ਮੇਰੇ ਮਹਿਲਾਂ ਦੇ ਵਿੱਚ ਸਰੋਵਰ ਹੈ ਜਿਸ ਦੀਆਂ ਪੌੜੀਆਂ ਹੀਰਿਆਂ ਦੇ ਨਾਲ ਜੜੀਆਂ ਹੋਣ। ਨਾ ਕੋਈ ਹੰਸ ਨਾ ਮਾਨ ਸਰੋਵਰ, ਅਤੇ ਨਾ ਕੋਈ ਕਮਲ ਸੁਨਹਿਰੀ ਜਿਸ ਦੀਆਂ ਨੀਲਮ ਜੜੀਆਂ ਡੰਡੀਆਂ। ਨਾ ਹੀ ਕੋਈ ਮਾਨ ਸਰੋਵਰ ਹੈ, ਨਾ ਹੀ ਉਹਦੇ ਵਿੱਚ ਕੋਈ ਹੰਸ ਹੈ, ਅਤੇ ਨਾ ਹੀ ਕੋਈ ਸੁਨਹਿਰੀ ਰੰਗ ਦਾ ਕਮਲ ਦਾ ਫੁੱਲ ਹੈ ਜਿਸ ਦੀਆਂ ਡੰਡੀਆਂ ਨੀਲਮ ਨਾਲ ਜੜੀਆਂ ਹੋਣ, ਹੀਰਿਆਂ ਨਾਲ ਜੜੀਆਂ ਹੋਣ। ਨਾ ਚੰਬੇਲੀ, ਨਾ ਅਸ਼ੋਕ ਰੁੱਖ, ਅਤੇ ਨਾ ਕੇਸਰ ਦੇ ਬੂਟੇ, ਪਰ ਫਿਰ ਵੀ ਇਹ ਬਿਰਹਣ ਉਸ ਵਾਂਕਰ ਕਿਸ ਯਕਸ਼ ਨੂੰ ਪਈ ਉਡੀਕੇ। ਨਾ ਹੀ ਕੋਈ ਚਮੇਲੀ ਦਾ ਰੁੱਖ ਹੈ, ਨਾ ਅਸ਼ੋਕ ਰੁੱਖ ਹੈ, ਨਾ ਕੇਸਰ ਦੇ ਬੂਟੇ ਹਨ, ਪਰ ਫਿਰ ਵੀ ਮੈਂ ਇੱਕ ਬਿਰਹਣ ਵਾਂਗ ਕਿਸ ਯਕਸ਼ ਨੂੰ ਉਡੀਕ ਰਹੀ ਹਾਂ। ਮੈਂ ਕਿਸੇ ਯਕਸ਼ ਨੂੰ ਕਿਉਂ ਉਡੀਕ ਰਹੀ ਹਾਂ ਕਿ ਜਿਸ ਤਰ੍ਹਾਂ ਅਲਕਾਪੁਰੀ ਵਿਚਲੀ ਪ੍ਰੀਤਮਾ ਨੂੰ ਯਕਸ਼ ਬੱਦਲ ਹੱਥ ਸੁਨੇਹਾ ਭੇਜਦਾ ਹੈ, ਕੀ ਪਤਾ ਉਸ ਤਰ੍ਹਾਂ ਮੇਰਾ ਪ੍ਰੇਮੀ ਵੀ ਮੈਨੂੰ ਬੱਦਲ ਰਾਹੀਂ ਕੋਈ ਪਿਆਰ ਸੁਨੇਹਾ ਭੇਜੇ। ਅਤੇ ਭਾਵੇਂ ਯਕਸ਼ ਵਾਂਕਰਾ ਕਿਧਰੇ ਰਾਮਾ ਗਿਰ ਬਣਵਾਸੀ ਹੋ ਕੇ ਮੇਰਾ ਸਾਜਨ ਨਹੀਂ ਗਿਆ, ਪਰ ਫਿਰ ਵੀ ਯਕਸ਼ ਵਾਂਕਰਾ ਉਸ ਦੀ ਮਿਲ ਸਕਣਾ ਅਤੇ ਤੱਕ ਸਕਣਾ ਪਹੁੰਚ ਤੋਂ ਦੂਰ ਰਿਹਾ। ਉਹ ਕਹਿੰਦੀ ਹੈ ਕਿ ਭਾਵੇਂ ਯਕਸ਼ ਵਾਂਗੂ ਮੇਰਾ ਪ੍ਰੇਮੀ ਬਣਵਾਸੀ ਹੋ ਕੇ ਕਿਸੇ ਵੀ ਰਾਮਾਗਿਰ ਪਰਬਤ 'ਤੇ ਨਹੀਂ ਗਿਆ, ਪਰ ਫਿਰ ਵੀ ਯਕਸ਼ ਵਾਂਗ ਹੀ ਉਸ ਨੂੰ ਮਿਲ ਸਕਣਾ ਅਤੇ ਉਸ ਨੂੰ ਜੀ ਭਰ ਕੇ ਵੇਖ ਸਕਣਾ ਮੇਰੀ ਪਹੁੰਚ ਤੋਂ ਬਹੁਤ ਦੂਰ ਰਿਹਾ ਹੈ। ਉਹ ਬਿਰਹੋਂ ਦੀ ਕੁੱਠੀ ਹੋਈ ਬੱਦਲ ਨੂੰ ਪੁੱਛਦੀ ਹੋਈ ਕਹਿੰਦੀ ਹੈ, ਤੂੰ ਬੱਦਲ ਅੱਜ ਬੈਠ ਗਿਆ ਮੇਰੀ ਬਾਰੀ ਅੱਗੇ ਆ ਕੇ, ਕਿ ਯਕਸ਼ ਵਾਂਗ ਤੈਨੂੰ ਭੇਜਿਆ ਉਸਨੇ ਵੀ ਦੂਤ ਬਣਾ ਕੇ। ਕਿ ਤੂੰ ਮੇਰੀ ਬਾਰੀ ਅੱਗੇ ਆ ਕੇ ਬੈਠ ਗਿਆ ਏ, ਕਿ ਤੈਨੂੰ ਮੇਰੇ ਸੱਜਣ ਪ੍ਰੇਮੀ ਨੇ ਦੂਤ ਬਣਾ ਕੇ ਤਾਂ ਨਹੀਂ ਭੇਜਿਆ, ਜਿਸ ਤਰ੍ਹਾਂ ਯਕਸ਼ ਨੇ ਆਪਣੀ ਪ੍ਰੇਮਿਕਾ ਨੂੰ ਬੱਦਲ ਹੱਥ ਸੁਨੇਹਾ ਭੇਜਿਆ ਸੀ, ਕਿ ਤੂੰ ਵੀ ਮੇਰੀ ਬਾਰੀ ਅੱਗੇ ਕੋਈ ਸੁਨੇਹਾ ਲੈ ਕੇ ਤਾਂ ਨਹੀਂ ਆਇਆ।
ਇਸ ਤਰ੍ਹਾਂ ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਇੱਕ ਆਪਣੇ ਪ੍ਰੇਮੀ ਦੇ ਵਿਛੋੜੇ ਵਿੱਚ ਤੜਪ ਰਹੀ ਪ੍ਰੇਮਿਕਾ ਦੀ ਉਡੀਕ ਨੂੰ ਦਰਸਾਇਆ। ਅਗਲੀ ਕਵਿਤਾ ਹੈ ਅੱਜ ਆਖਾਂ ਵਾਰਸ ਸ਼ਾਹ ਨੂੰ। ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਦੀ ਵੰਡ ਵੇਲੇ ਹੋਏ ਅਣਮਨੁੱਖੀ ਅਤਿਆਚਾਰਾਂ ਨੂੰ ਰੂਪਮਾਨ ਕੀਤਾ। ਦੇਸ਼ ਦੀ ਵੰਡ ਕਾਰਨ ਪੰਜਾਬ ਦੇ ਰੋਮ ਰੋਮ ਵਿੱਚ ਜ਼ਹਿਰ ਭਰ ਗਿਆ ਸੀ। ਕਵਿੱਤਰੀ ਮੱਧਕਾਲ ਦੇ ਕਵੀ ਵਾਰਸ ਸ਼ਾਹ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਹ ਕਬਰਾਂ ਵਿੱਚੋਂ ਉੱਠ ਕੇ ਆਵੇ ਅਤੇ ਪੰਜਾਬ ਦੇ ਇਹਨਾਂ ਹਾਲਾਤਾਂ ਬਾਰੇ ਆਵਾਜ਼ ਬੁਲੰਦ ਕਰੇ। ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਹੇ ਵਾਰਸ ਸ਼ਾਹ, ਮੈਂ ਤੈਨੂੰ ਆਵਾਜ਼ਾਂ ਮਾਰ ਰਹੀ ਹਾਂ, ਮੈਂ ਤੈਨੂੰ ਆਖ ਰਹੀ ਹਾਂ ਕਿ ਤੂੰ ਆਪਣੀਆਂ ਕਬਰਾਂ ਵਿੱਚੋਂ ਬੋਲ ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਪਲਟਾ, ਭਾਵ ਤੂੰ ਪੰਜਾਬ ਦੇ ਵਿਗੜੇ ਹੋਏ ਇਸ ਮਾਹੌਲ ਬਾਰੇ ਆਪਣੀ ਆਵਾਜ਼ ਬੁਲੰਦ ਕਰ। ਪਹਿਲਾਂ ਤਾਂ ਤੂੰ ਪੰਜਾਬ ਦੀ ਇੱਕ ਧੀ ਹੀਰ ਦੇ ਇਸ਼ਕ ਦੀ ਪੀੜ ਨੂੰ ਸਹਿਣ ਨਹੀਂ ਸੀ ਕਰ ਸਕਿਆ ਅਤੇ ਉਹਦੇ ਕਈ ਦੁੱਖ ਭਰੇ ਵੈਣ ਤੂੰ ਲਿਖੇ, ਪਰ ਅੱਜ ਲੱਖਾਂ ਧੀਆਂ ਰੋ ਰਹੀਆਂ ਹਨ, ਉਹਨਾਂ 'ਤੇ ਜ਼ੁਲਮ ਹੋ ਰਿਹਾ ਹੈ, ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ। ਉਹ ਤੈਨੂੰ ਯਾਦ ਕਰ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਤੂੰ ਆ ਅਤੇ ਉਹਨਾਂ ਦੇ ਦੁੱਖ ਨੂੰ ਬਿਆਨ ਕਰ। ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਅਤੇ ਲਹੂ ਦੀ ਭਰੀ ਚਨਾਬ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਅਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਹੇ ਦਰਦਮੰਦਾਂ ਦਿਆ ਦਰਦੀਆ, ਤੂੰ ਉੱਠ ਅਤੇ ਪੰਜਾਬ ਦੀ ਇਸ ਭੈੜੀ ਹਾਲਤ ਨੂੰ ਵੇਖ ਕਿ ਉਸ 'ਤੇ ਅੱਜ ਕਿੰਨੀ ਭਾਰੀ ਮੁਸੀਬਤ ਆਈ ਹੋਈ ਹੈ। ਉਸ ਵੇਲੇ ਵਿੱਚ ਜਿੱਥੇ ਹੀਰ ਅਤੇ ਰਾਂਝਾ ਪਿਆਰ ਕਰਦੇ ਹੁੰਦੇ ਸਨ, ਅੱਜ ਉੱਥੇ ਵੀ ਮੁਰਦਿਆਂ ਦੀਆਂ ਲਾਸ਼ਾਂ ਵਿਛੀਆਂ ਪਈਆਂ ਹਨ। ਉਹਨਾਂ ਦੇ ਖੂਨ ਨਾਲ ਚਨਾਬ ਨਦੀ ਵੀ ਲਾਲੋ ਲਾਲ ਹੋਈ ਪਈ ਏ। ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਜ਼ਹਿਰ ਘੋਲ ਦਿੱਤਾ ਹੈ, ਨਫ਼ਰਤ ਰੂਪੀ ਜ਼ਹਿਰ ਘੋਲ ਦਿੱਤਾ ਹੈ, ਅਤੇ ਉਹ ਜ਼ਹਿਰ ਰੂਪੀ ਦਾ ਭਰਿਆ ਪਾਣੀ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਨੂੰ ਲਾ ਦਿੱਤਾ ਹੈ। ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜ੍ਹੀਆਂ ਲਾਲੀਆਂ, ਫੁੱਟ ਫੁੱਟ ਚੜ੍ਹਿਆ ਕਹਿਰ। ਵੇਹੋ ਵਲੀਸੀ ਵਾਹ ਫਿਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਜਲੀ ਦਿੱਤੀ ਨਾਗ ਬਣਾ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਅਜਿਹਾ ਜ਼ਹਿਰ ਘੁਲ ਗਿਆ ਹੈ, ਨਫ਼ਰਤ ਰੂਪੀ ਅਜਿਹਾ ਜ਼ਹਿਰ ਘੁਲ ਗਿਆ ਹੈ ਕਿ ਉਸ ਦਾ ਪ੍ਰਭਾਵ ਧਰਤੀ 'ਤੇ ਵੀ ਪਿਆ ਹੈ। ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਸੀ ਉਹ ਜ਼ਹਿਰ ਨਾਲ ਭਰ ਗਈ ਹੈ, ਅਤੇ ਜ਼ਹਿਰ ਇੰਨਾ ਭਰ ਗਿਆ ਹੈ ਕਿ ਕਹਿਰ ਵੀ ਫੁੱਟ ਫੁੱਟ ਕੇ ਬਾਹਰ ਨਿਕਲਣ ਲੱਗ ਪਿਆ ਹੈ, ਜਿਸ ਕਾਰਨ ਸਾਰਾ ਵਾਤਾਵਰਨ ਜਿਹੜਾ ਹੈ ਉਹ ਜ਼ਹਿਰੀਲਾ ਹੋ ਗਿਆ ਹੈ। ਵੇਹੋ ਵਲੀਸੀ ਵਾਹ ਫਿਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਜਲੀ ਦਿੱਤੀ ਨਾਗ ਬਣਾ। ਜ਼ਹਿਰ ਦੀ ਭਰੀ ਹੋਈ ਹਵਾ, ਵੇਹੋ ਵਲੱਸੀ ਜ਼ਹਿਰ ਨਾਲ ਭਰੀ ਹੋਈ ਹਵਾ ਹਰ ਪਾਸੇ ਵਣ ਵਣ ਵੱਗ ਰਹੀ ਹੈ, ਹਰ ਪਾਸੇ ਫੈਲ ਗਈ ਹੈ, ਅਤੇ ਉਹਨੇ ਹਰ ਇੱਕ ਬਾਂਸ ਦੀ ਵੰਜਲੀ ਜਿਹਦੇ ਵਿੱਚੋਂ ਪਿਆਰ ਦੀ ਆਵਾਜ਼ ਨਿਕਲਦੀ ਸੀ ਉਸ ਨੂੰ ਨਾਗ ਬਣਾ ਦਿੱਤਾ ਹੈ। ਹਰ ਵੰਜਲੀ ਨੇ ਨਾਗ ਦਾ ਰੂਪ ਧਾਰਨ ਕਰ ਲਿਆ ਹੈ। ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗੁਆਚ, ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ। ਨਾਗਾਂ ਕੀਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਉਹ ਵੰਜਲੀ ਜਿਸ ਨੇ ਨਾਗ ਦਾ ਰੂਪ ਧਾਰਨ ਕਰ ਲਿਆ ਸੀ, ਉਹਨੇ ਸਭ ਤੋਂ ਪਹਿਲਾਂ ਮਦਾਰੀ ਰੂਪੀ ਲੀਡਰਾਂ ਨੂੰ ਡੰਗਿਆ, ਅਤੇ ਇਹਨਾਂ ਮਦਾਰੀਆਂ ਦੀ ਮੌਤ ਹੋ ਜਾਣ ਕਾਰਨ ਨਾਗਾਂ ਨੂੰ ਕੀਲਣ ਵਾਲੇ ਜਾਂ ਨਾਗਾਂ ਨੂੰ ਵੱਸ ਵਿੱਚ ਕਰਨ ਵਾਲੇ ਮੰਤਰ ਵੀ ਗਵਾਚ ਗਏ, ਜਿਸ ਕਰਕੇ ਆਪਸੀ ਫੁੱਟ, ਨਫ਼ਰਤ ਅਤੇ ਫਿਰਕਾ ਪ੍ਰਸਤੀ ਦੇ ਨਾਗਾਂ ਨੇ ਲੋਕਾਂ ਨੂੰ ਡੰਗ ਲਿਆ ਅਤੇ ਉਹਨਾਂ ਦੀ ਜ਼ੁਬਾਨ ਨੂੰ ਤਾਲੇ ਲਾ ਦਿੱਤੇ, ਅਤੇ ਚਾਰੇ ਪਾਸੇ ਫਸਾਦ ਛਿੜ ਪਏ। ਵੇਖਦਿਆਂ ਹੀ ਵੇਖਦਿਆਂ ਇਹਨਾਂ ਨਾਗਾਂ ਦੇ ਡੰਗਾਂ ਕਾਰਨ ਪੰਜਾਬ ਦੇ ਅੰਗ ਨੀਲੇ ਪੈ ਗਏ। ਗਲਿਓਂ ਟੁੱਟੇ ਗੀਤ ਫਿਰ ਤਕਲਿਓਂ ਟੁੱਟੀ ਤੰਦ, ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਘੂਕਰ ਬੰਦ। ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ।
ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਪਹਿਲਾਂ ਗਲੀਆਂ ਵਿੱਚ ਘੁੰਮਦੇ ਫਿਰਦੇ ਗੱਭਰੂਆਂ ਮੁਟਿਆਰਾਂ ਦੇ ਪਿਆਰ ਭਰੇ ਗੀਤ ਸੁਣਾਈ ਦਿੰਦੇ ਸਨ। ਤ੍ਰਿੰਜਰਾਂ ਵਿੱਚ ਤਕਲੇ ਨੂੰ ਲੰਮੀਆਂ ਲੰਮੀਆਂ ਤੰਦਾਂ ਪੈਂਦੀਆਂ ਸਨ। ਹੁਣ ਇਹਨਾਂ ਫਸਾਦਾਂ ਕਾਰਨ ਇਹ ਸਭ ਕੁਝ ਬੰਦ ਹੋ ਗਿਆ ਹੈ। ਤ੍ਰਿੰਜਰਾਂ ਵਿੱਚ ਜੁੜੀਆਂ ਸਹੇਲੀਆਂ ਵਿਛੜ ਗਈਆਂ ਨੇ। ਚਰਖਿਆਂ ਦੀ ਘੂਕਰ ਵੀ ਬੰਦ ਹੋ ਗਈ ਏ। ਲੁੱਡਣ ਨੇ ਸਣੇ ਸੇਜ ਦੇ ਬੇੜੀਆਂ ਰੋੜ ਦਿੱਤੀਆਂ ਨੇ। ਪਿੱਪਲਾਂ ਵਿੱਚ ਪਈਆਂ ਪੀਂਘਾਂ ਸਣੇ ਟਾਹਣੀਆਂ ਟੁੱਟ ਗਈਆਂ ਨੇ। ਹੁਣ ਸਾਰੀਆਂ ਰੌਣਕਾਂ ਮੁੱਕ ਗਈਆਂ ਨੇ। ਹਰ ਪਾਸੇ ਨਫ਼ਰਤ ਹੀ ਨਫ਼ਰਤ ਏ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਉਹ ਵੰਝਲੀ ਗਈ ਗੁਆਚ। ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸ ਦੀ ਜਾਚ। ਧਰਤੀ 'ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ। ਪ੍ਰੀਤ ਦੀਆਂ ਸ਼ਹਿਜ਼ਾਦੀਆਂ ਵਿੱਚ ਮਜ਼ਾਰਾਂ ਰੋਣ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ, ਉਹ ਵੰਝਲੀ ਜਿਸ ਵਿੱਚੋਂ ਪਿਆਰ ਦੀਆਂ ਸੁਰਾਂ ਨਿਕਲਦੀਆਂ ਸਨ, ਉਹ ਵੰਝਲੀ ਗੁਆਚ ਗਈ ਏ। ਰਾਂਝੇ ਦੇ ਸਾਰੇ ਭਰਾ, ਭਾਵ ਪੰਜਾਬ ਦੇ ਸਾਰੇ ਨੌਜਵਾਨ, ਉਹ ਪਿਆਰ ਭਰੀ ਵੰਝਲੀ ਵਜਾਉਣੀ ਭੁੱਲ ਗਏ ਹਨ। ਸਾਰੇ ਨਫ਼ਰਤ ਦੀ ਅੱਗ ਵਿੱਚ ਕੁੱਦ ਪਏ ਹਨ। ਫਿਰਕੂ ਫਸਾਦ ਸ਼ੁਰੂ ਹੋਣ ਨਾਲ ਪੰਜਾਬ ਦੀ ਧਰਤੀ ਲਹੂ ਲੁਹਾਨ ਹੋ ਗਈ ਹੈ। ਇੰਨੀ ਲਹੂ ਲੁਹਾਨ ਹੋ ਗਈ ਹੈ ਕਿ ਕਬਰਾਂ ਵੀ ਲਹੂ ਨਾਲ ਚੋਣ ਲੱਗ ਪਈਆਂ ਹਨ ਅਤੇ ਪ੍ਰੀਤ ਦੀਆਂ ਸ਼ਹਿਜ਼ਾਦੀਆਂ, ਪ੍ਰੀਤ ਦੀਆਂ ਰਾਜਕੁਮਾਰੀਆਂ ਕਬਰਾਂ ਦੇ ਵਿੱਚ ਰੋ ਰਹੀਆਂ ਹਨ। ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ। ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ। ਅੱਜ ਆਖਾਂ ਵਾਰਸ ਸ਼ਾਹ ਨੂੰ, ਤੂੰ ਹੈ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਇਸ ਪਿਆਰ ਦੇ ਬਦਲੇ ਹੀਰ ਦਾ ਚਾਚਾ ਕੈਦੋਂ ਇਕੱਲਾ ਹੀ ਹੀਰ ਨੂੰ ਮਾਰ ਮੁਕਾਉਣਾ ਚਾਹੁੰਦਾ ਸੀ, ਪਰ ਅੱਜ ਤਾਂ ਸਾਰੇ ਹੀ ਕੈਦੋਂ ਬਣ ਗਏ ਨੇ, ਸਾਰੇ ਹੀ ਪਿਆਰ ਦੇ ਦੁਸ਼ਮਣ ਬਣ ਗਏ ਨੇ। ਅਤੇ ਅਖੀਰਲੀਆਂ ਸਤਰਾਂ ਵਿੱਚ ਉਹ ਪ੍ਰਸ਼ਨ ਕਰਦੀ ਹੈ ਲੋਕਾਂ ਨੂੰ ਕਿ ਅਸੀਂ ਅੱਜ ਇੱਕ ਹੋਰ ਵਾਰਸ ਸ਼ਾਹ ਕਿੱਥੋਂ ਲੱਭ ਕੇ ਲਿਆਈਏ ਜੋ ਪੰਜਾਬ ਦੇ ਹਾਲਾਤਾਂ ਬਾਰੇ ਆਵਾਜ਼ ਬੁਲੰਦ ਕਰੇ। ਅਤੇ ਅੰਮ੍ਰਿਤਾ ਪ੍ਰੀਤਮ ਫਿਰ ਵਾਰਸ ਸ਼ਾਹ ਨੂੰ ਸੰਬੋਧਿਤ ਕਰਦੀ ਹੋਈ ਕਹਿੰਦੀ ਹੈ ਕਿ ਅੱਜ ਤੋਂ ਕਬਰਾਂ ਵਿੱਚੋਂ ਉੱਠ ਕੇ ਇਸ ਜ਼ਹਿਰੀਲੇ ਵਾਤਾਵਰਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਅਤੇ ਇਸ਼ਕ ਦੀ ਕਿਤਾਬ ਦਾ ਅਗਲਾ ਵਰਕਾ ਖੋਲ੍ਹ ਕੇ ਇੱਕ ਹੋਰ ਦਰਦ ਕਹਾਣੀ ਲਿਖ। ਜਿਸ ਤਰ੍ਹਾਂ ਤੂੰ ਹੀਰ ਦੀ ਦਰਦ ਕਹਾਣੀ ਲਿਖੀ ਸੀ, ਅੱਜ ਪੰਜਾਬ ਦੀ ਦਰਦ ਕਹਾਣੀ ਤੂੰ ਆਪਣੀ ਕਲਮ ਨਾਲ ਲਿਖ। ਇਸ ਤਰ੍ਹਾਂ ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ 1947 ਦੀ ਵੰਡ ਸਮੇਂ ਹੋਏ ਜ਼ੁਲਮਾਂ ਅਤੇ ਪੰਜਾਬ ਦੇ ਹਾਲਾਤਾਂ ਦਾ ਬਿਆਨ ਇਸ ਕਵਿਤਾ ਵਿੱਚ ਕੀਤਾ ਹੈ। ਅਗਲੀ ਕਵਿਤਾ ਹੈ ਮੇਰੇ ਦੋਸਤ। ਮੇਰੇ ਦੋਸਤ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਆਪਣੇ ਕਿਸੇ ਬੁੱਧੀਜੀਵੀ ਦੋਸਤ ਨੂੰ ਸੰਬੋਧਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਜਿਸ ਮਨੁੱਖ ਦੀ ਹੋਣੀ ਨੂੰ ਸੁੰਦਰ ਬਣਾਉਣ ਲਈ ਆਦਮੀ ਨੇ ਲੱਖਾਂ ਯਤਨ ਕੀਤੇ, ਸਮੁੰਦਰ ਮੰਥਨ ਕੀਤਾ, 14 ਰਤਨ ਲੱਭਣ ਵਾਂਗ ਨਵੀਆਂ ਤੋਂ ਨਵੀਆਂ ਖੋਜਾਂ ਕੀਤੀਆਂ, ਉਹ ਮਨੁੱਖ ਹੁਣ ਕਿੱਥੇ ਹੈ। ਭਾਵ ਆਦਮੀ ਵੱਲੋਂ ਕੀਤੇ ਲੱਖਾਂ ਹੀ ਯਤਨ ਮਨੁੱਖ ਦੀ ਹੋਣੀ ਨੂੰ ਨਹੀਂ ਬਦਲ ਸਕੇ, ਸਗੋਂ ਮਨੁੱਖੀ ਕਲਿਆਣ ਲਈ ਕੀਤੀਆਂ ਖੋਜਾਂ ਮਨੁੱਖ ਲਈ ਹੀ ਨਵੀਆਂ ਸਮੱਸਿਆਵਾਂ ਲੈ ਕੇ ਆਈਆਂ ਹਨ। ਅਤੇ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਹੁਣ ਆਦਮੀ ਨੂੰ ਆਦਮੀ ਕਹਿਣਾ ਵੀ ਉਸ ਨੂੰ ਸ਼ਰਮਿੰਦਾ ਕਰਨਾ ਹੈ। ਮੇਰੇ ਦੋਸਤ, ਜਿਹਦੀ ਖਾਤਰ ਤੂੰ ਸਮੁੰਦਰ ਰਿੜਕਿਆ ਅਤੇ ਜਿਹਦੇ ਲਈ ਤੂੰ 14 ਰਤਨ ਲੱਭੇ ਸੀ, ਉਸ ਆਦਮ ਦੀ ਹੋਂਦ ਕਿੱਥੇ ਹੈ। 14 ਰਤਨ ਅੱਜ ਇੰਝ ਖੜ੍ਹੇ ਹਨ ਜਿਉਂ 14 ਸਵਾਲੀਏ ਫਿਕਰੇ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਜਿਸ ਮਨੁੱਖ ਦੀ ਹੋਣੀ ਨੂੰ ਸੁੰਦਰ ਬਣਾਉਣ ਲਈ ਆਦਮ ਨੇ ਲੱਖਾਂ ਯਤਨ ਕੀਤੇ, ਸਮੁੰਦਰ ਮੰਥਨ ਕੀਤਾ, 14 ਰਤਨ ਲੱਭਣ ਵਾਂਗ ਨਵੀਆਂ ਤੋਂ ਨਵੀਆਂ ਖੋਜਾਂ ਕੀਤੀਆਂ, ਉਹ ਮਨੁੱਖ ਕਿੱਥੇ ਹੈ। ਉਸ ਮਨੁੱਖ ਦੀ ਹੋਂਦ ਗਵਾਚ ਗਈ ਹੈ। ਭਾਵ ਆਦਮ ਵੱਲੋਂ ਕੀਤੇ ਲੱਖਾਂ ਹੀ ਯਤਨ ਮਨੁੱਖ ਦੀ ਹੋਣੀ ਨੂੰ ਨਹੀਂ ਬਦਲ ਸਕੇ, ਸਗੋਂ ਮਨੁੱਖੀ ਕਲਿਆਣ ਲਈ ਕੀਤੀਆਂ ਖੋਜਾਂ ਮਨੁੱਖ ਲਈ ਸਵਾਲ ਬਣ ਕੇ ਖੜੀਆਂ ਹੋ ਗਈਆਂ ਹਨ। ਮਨੁੱਖ ਦੇ ਸਾਹਮਣੇ ਨਵੀਆਂ ਸਮੱਸਿਆਵਾਂ ਲੈ ਕੇ ਖੜੀਆਂ ਹੋ ਗਈਆਂ ਹਨ। ਅਤੇ ਆਦਮ ਦਾ ਨਾਂ ਜਿਹਨੇ ਵੀ ਚੁਰਾਇਆ ਹੈ ਉਹੀ ਸ਼ਰਮਿੰਦਾ ਹੈ। ਭਾਵ ਆਦਮੀ ਨੂੰ ਹੁਣ ਆਦਮੀ ਕਹਿਣਾ ਇੱਕ ਸ਼ਰਮ ਵਾਲੀ ਗੱਲ ਹੈ। ਸਿਰਫ ਕਦੇ ਇੱਜੜ ਨੂੰ ਹੱਕ ਦੀ ਇੱਕ ਲਾਠੀ ਖੜਕਦੀ ਜਾਂ ਕਦੇ ਬਹੁ ਗਿਣਤੀ ਦਾ ਮੱਤਾ ਇੱਜੜ ਚੀਕਦਾ। ਅੱਜ ਇਹ ਹਾਲਤ ਹੋ ਗਈ ਹੈ ਕਿ ਕਦੇ ਇੱਕ ਸ਼ਕਤੀਸ਼ਾਲੀ ਬੰਦਾ ਸਾਰੇ ਮਨੁੱਖਾਂ ਨੂੰ ਭੇਡਾਂ ਬੱਕਰੀਆਂ ਵਾਂਗ ਅੱਗੇ ਲਾਈ ਫਿਰਦਾ, ਜਾਂ ਫਿਰ ਬਹੁ ਗਿਣਤੀ ਦੇ ਢੋਂਗ ਨਾਲ ਇਹਨਾਂ ਭੇਡਾਂ ਬੱਕਰੀਆਂ ਵਰਗੇ ਲੋਕਾਂ ਨੂੰ ਹੱਕਿਆ ਜਾਂਦਾ ਹੈ।
ਜਾਂ ਇੱਕ ਤੀਜੀ ਸ਼੍ਰੇਣੀ ਵੀ ਹੁੰਦੀ ਹੈ ਅਮਨ ਤੇ ਇਨਸਾਫ ਜਿਹੀ ਗੱਲ ਦੀ ਫਰੇਜ਼ ਮੌਂਗਰ ਮਤਲਬ ਨਾਅਰੇ ਕੱਢਣਾ। ਪਰ ਤਵਾਰੀਖ ਜਾਣਦੀ ਸੁਕਰਾਤ ਦਾ ਤਸੱਵਰ ਜਿਸ ਸਦੀ ਵਿੱਚ ਵੀ ਜੰਮਿਆ, ਦਾਈਆਂ ਨੇ ਉਸ ਦੇ ਸੰਗ ਵਿੱਚ ਗੁੜਤੀ ਦੀ ਥਾਵੇਂ ਜ਼ਹਿਰ ਚੋਇਆ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਇਸ ਸੰਸਾਰ ਵਿੱਚ ਤੀਜੀ ਸ਼੍ਰੇਣੀ ਵੀ ਹੁੰਦੀ ਹੈ ਜੋ ਅਮਨ ਤੇ ਇਨਸਾਫ ਦੇ ਨਾਅਰੇ ਕੱਢਦੀ ਹੈ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਕਾਲ ਵਿੱਚ ਸੁਕਰਾਤ ਜਿਹਾ ਸੱਚ ਬੋਲਣ ਵਾਲਾ ਮਨੁੱਖ ਪੈਦਾ ਹੋਇਆ ਹੈ, ਉਸ ਨੂੰ ਜੰਮਦਿਆਂ ਹੀ ਦਾਈਆਂ ਨੇ ਜਨਮ ਕੁੱਟੀ ਦੀ ਥਾਂ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਪਲੈਟੋ ਦਾ ਯੂਟੋਪੀਆ ਦੁਨੀਆ ਦਾ ਨਕਸ਼ਾ ਵੇਖਦਾ ਕੁਝ ਲੀਕਾਂ ਦੇ ਵਿੱਚ ਹੱਸਿਆ, ਕੁਝ ਲੀਕਾਂ ਦੇ ਵਿੱਚ ਰੋਇਆ। ਨੀਟਸ਼ੇ ਦਾ ਸੁਪਰਮੈਨ ਅਣਜੰਮਿਆ ਮੋਇਆ ਤੇ ਕਾਮੂ ਦਾ ਮੈਂ ਹਰ ਹਾਦਸੇ ਨੂੰ ਵੇਖਦਾ ਇੱਕ ਹਾਦਸਾ ਹੋਇਆ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਪਲੈਟੋ ਯੂਟੋਪੀਆ ਨਾ ਕਲਪਤ ਦੁਨੀਆ ਦਾ ਨਕਸ਼ਾ ਵੇਖਦਾ ਹੋਇਆ ਕੁਝ ਕੁ ਗੱਲਾਂ 'ਤੇ ਹੱਸਿਆ ਤੇ ਕੁਝ ਕੁ 'ਤੇ ਰੋਇਆ ਵੀ। ਭਾਵ ਉਸ ਨੂੰ ਕੁਝ ਕੁ ਗੱਲਾਂ ਚੰਗੀਆਂ ਲੱਗੀਆਂ ਤੇ ਕੁਝ ਕੁ ਮਾੜੀਆਂ ਵੀ। ਨੀਟਸ਼ੇ ਨੇ ਜਿਸ ਸੁਪਰਮੈਨ ਦੀ ਰਚਨਾ ਕੀਤੀ ਉਸ ਵਿੱਚ ਵੀ ਉਸ ਨੂੰ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ, ਕਿਉਂਕਿ ਉਸ ਦਾ ਸੁਪਰਮੈਨ ਜੰਮਣ ਤੋਂ ਪਹਿਲਾਂ ਹੀ ਮਰ ਗਿਆ ਸੀ। ਹਉਮੈਵਾਦੀ ਕਾਮੂ ਨੂੰ ਵੀ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਅਸਫਲਤਾ ਹੀ ਪੱਲੇ ਪਈ ਸੀ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਾਨ ਪੁਰਖਾਂ ਨੂੰ ਸਦਾ ਹੀ ਦੁੱਖ ਝੱਲਣੇ ਪਏ ਹਨ। ਜਿੱਥੇ ਸੁਕਰਾਤ ਵਰਗਿਆਂ ਨੂੰ ਹਰ ਯੁੱਗ ਵਿੱਚ ਜ਼ਹਿਰ ਪੀਣਾ ਪਿਆ, ਉੱਥੇ ਹੀ ਕਾਮੂ ਵਰਗੇ ਮਹਾਨ ਪੁਰਖਾਂ ਦੇ ਲੋਕ ਕਲਿਆਣ ਦੇ ਮਹਾਨ ਸੰਕਲਪ ਰੌਲੇ ਗੋਲੇ ਵਿੱਚ ਗੁੰਮ ਹੋ ਗਏ। ਜ਼ਹਿਰ ਹੈ ਸੁਕਰਾਤ ਨੂੰ ਪਿਆਣਾ ਪਵੇ ਜਾਂ ਅਰਸਤੂ ਨੂੰ ਪੀਣਾ ਪਏ ਜਾਂ ਠੰਡੀ ਸੋਚ ਦੀ ਸੂਰਤ ਦੇ ਵਿੱਚ ਕਿਸੇ ਨੂੰ ਜਿਉਣਾ ਪਵੇ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਜ਼ਹਿਰ ਤਾਂ ਹਰ ਹਾਲਤ ਵਿੱਚ ਜ਼ਹਿਰ ਹੀ ਹੁੰਦਾ ਹੈ, ਭਾਵੇਂ ਉਸ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਕੀਤੀ ਜਾਵੇ। ਜ਼ਹਿਰ ਨੂੰ ਪੀਣ ਜਾਂ ਜ਼ਬਰਦਸਤੀ ਪਿਆਉਣ ਨਾਲ ਵੀ ਉਹੀ ਅਸਰ ਹੁੰਦਾ ਹੈ, ਉਹਦੇ ਅਸਰ ਵਿੱਚ ਕੋਈ ਫਰਕ ਨਹੀਂ ਪੈਂਦਾ ਜਿਹੜਾ ਜਿਉਂਦੇ ਮਨੁੱਖ ਦੀ ਸੋਚ ਨੂੰ ਮਾਰ ਦੇਣ ਨਾਲ ਹੁੰਦਾ ਹੈ। ਭਾਵ ਜ਼ਹਿਰ ਵੀ ਉਹੀ ਅਸਰ ਕਰਦਾ ਹੈ ਜਿਵੇਂ ਆਪਾਂ ਕਿਸੇ ਮਨੁੱਖ ਦੀ ਸੋਚ ਨੂੰ ਮਾਰ ਦਈਏ ਅਤੇ ਉਹ ਜ਼ਹਿਰ ਪੀਣ ਦੇ ਬਰਾਬਰ ਹੀ ਹੈ। ਅਰਸਤੂ ਨੂੰ ਖੁਦ ਜ਼ਹਿਰ ਪੀਣਾ ਪਿਆ ਸੀ ਜਦੋਂ ਕਿ ਸੁਕਰਾਤ ਨੂੰ ਜ਼ਬਰਦਸਤੀ ਜ਼ਹਿਰ ਪਿਲਾਇਆ ਗਿਆ ਸੀ ਸੱਚ ਬੋਲਣ 'ਤੇ। ਅਤੇ ਇਸ ਤੋਂ ਅੱਗੇ ਅਪਾਰ ਚੁੱਪ ਹੈ, ਚੁੱਪ ਟੁੱਟਦੀ ਨਹੀਂ ਮੇਰੇ ਦੋਸਤ। ਆ ਚੁੱਪ ਦੀ ਛਾਤੀ ਦੇ ਵਿੱਚ ਕਿੱਲਾਂ ਦੀ ਤਰ੍ਹਾਂ ਖੁੱਭੀਏ, ਆਇਨ ਰੈਂਡ ਦੀਆਂ ਕਿੱਲਾਂ ਦੀ ਤਰ੍ਹਾਂ। ਅਤੇ ਵਕਤ ਆ ਗਿਆ ਹੈ ਆ ਫਿਰ ਸਮੁੰਦਰ ਰਿੜਕੀਏ ਅਤੇ ਇਸ ਵਾਰ ਆਦਮ ਨੂੰ ਜਾਂ ਉਸ ਦੀ ਸੰਭਾਵਨਾ ਨੂੰ ਲੱਭੀਏ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਇਸ ਤੋਂ ਅੱਗੇ ਇੱਕ ਅਪਾਰ ਚੁੱਪ ਹੈ, ਉਹ ਚੁੱਪ ਜੋ ਬੜੀ ਚਿੰਤਾਜਨਕ ਹੈ, ਜਿਹੜੀ ਟੁੱਟਦੀ ਨਹੀਂ ਜਾਪਦੀ। ਅਤੇ ਉਹ ਕਹਿੰਦੀ ਹੈ ਮੇਰੇ ਦੋਸਤ ਆਪਾਂ ਇਸ ਚੁੱਪ ਨੂੰ ਤੋੜੀਏ, ਚੁੱਪ ਦੀ ਛਾਤੀ ਦੇ ਵਿੱਚ ਕਿੱਲਾਂ ਦੀ ਤਰ੍ਹਾਂ ਖੁੱਭੀਏ, ਆਇਨ ਰੈਂਡ ਜੇ ਕਿੱਲਾਂ ਦੀ ਤਰ੍ਹਾਂ। ਆਇਨ ਰੈਂਡ ਇੱਕ ਰਸ਼ੀਅਨ ਨਾਵਲਕਾਰ ਸੀ ਜੋ ਬਾਅਦ ਵਿੱਚ ਅਮਰੀਕਾ ਵਿੱਚ ਵੱਸ ਗਈ। ਉਹਨੇ ਸੱਤਾ ਦੇ ਖਿਲਾਫ ਲਿਖਿਆ, ਸੱਤਾ ਦੇ ਸਾਹਮਣੇ ਡਟ ਕੇ ਖੜੀ ਰਹੀ, ਸੱਤਾ ਦੇ ਵਿਰੋਧ ਵਿੱਚ। ਅਤੇ ਅੰਮ੍ਰਿਤਾ ਪ੍ਰੀਤਮ ਇੱਥੇ ਉਹਦੀ ਉਦਾਹਰਨ ਦਿੰਦੀ ਕਹਿੰਦੀ ਹੈ ਕਿ ਚੁੱਪ ਦੀ ਸਥਿਤੀ ਵਿੱਚ ਆਪਾਂ ਕਿੱਲਾਂ ਦੀ ਤਰ੍ਹਾਂ ਖੁੱਭੀਏ, ਜਿਵੇਂ ਆਇਨ ਰੈਂਡ ਸੱਤਾ ਦੇ ਸਾਹਮਣੇ ਡਟੀ ਰਹੀ ਸੀ, ਆਪਾਂ ਵੀ ਉਸੇ ਤਰ੍ਹਾਂ ਸੱਤਾ ਦੇ ਸਾਹਮਣੇ ਡਟੇ ਰਹੀਏ, ਚੁੱਪ ਨਾ ਰਹੀਏ, ਇਸ ਚੁੱਪ ਨੂੰ ਤੋੜੀਏ। ਅਤੇ ਵਕਤ ਆ ਗਿਆ ਹੈ ਕਿ ਫਿਰ ਸਮੁੰਦਰ ਰਿੜਕੀਏ, ਕਿ ਸਮਾਂ ਆ ਗਿਆ ਕਿ ਦੁਬਾਰਾ ਤੋਂ ਸਮੁੰਦਰ ਮੰਥਨ ਕੀਤਾ ਜਾਵੇ ਅਤੇ ਇਸ ਵਾਰ ਆਦਮ ਨੂੰ ਜਾਂ ਉਸਦੀ ਸੰਭਾਵਨਾ ਨੂੰ ਲੱਭੀਏ। ਅਤੇ ਇਸ ਵਾਰ 14 ਰਤਨ ਲੱਭਣ ਦੀ ਥਾਂ ਮਨੁੱਖਤਾ ਦੀਆਂ ਸੰਭਾਵਨਾਵਾਂ ਨੂੰ ਲੱਭੀਏ, ਆਦਮ ਦੀਆਂ ਸੰਭਾਵਨਾਵਾਂ ਦੀ ਪਛਾਣ ਵੱਲ ਵਧਣਾ ਇਸ ਕਵਿਤਾ ਦਾ ਸੰਦੇਸ਼ ਹੈ। ਅੰਮ੍ਰਿਤਾ ਪ੍ਰੀਤਮ ਨੇ ਇਸ ਕਵਿਤਾ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਚਾਹੇ ਹੁਣ ਤੱਕ ਅਸਫਲਤਾ ਮਿਲੀ ਹੋਵੇ, ਪਰ ਅਸਫਲਤਾ ਮਿਲਣ ਦੇ ਬਾਵਜੂਦ ਵੀ ਸਾਨੂੰ ਡਟ ਕੇ ਖੜ੍ਹੇ ਹੋਣਾ ਚਾਹੀਦਾ ਹੈ, ਚੁੱਪ ਨਹੀਂ ਰਹਿਣਾ ਚਾਹੀਦਾ, ਬੋਲਣਾ ਚਾਹੀਦਾ ਹੈ, ਆਪਣੀ ਗੱਲ ਰੱਖਣੀ ਚਾਹੀਦੀ ਹੈ। ਇਹੀ ਇਸ ਕਵਿਤਾ ਦਾ ਸੰਦੇਸ਼ ਹੈ। ਅਗਲੀ ਕਵਿਤਾ ਹੈ 12 ਮਾਹ। ਇਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਸੁੰਦਰ ਪ੍ਰਤੀਕਾਂ ਰਾਹੀਂ ਰੁੱਤਾਂ ਦੇ ਪਰਿਵਰਤਨ ਨਾਲ, ਰੁੱਤਾਂ ਦੇ ਬਦਲਣ ਨਾਲ ਕਿਵੇਂ ਮਨੁੱਖੀ ਚੇਤਨਾ ਬਦਲਦੀ ਹੈ, ਮਨੁੱਖੀ ਚੇਤਨਾ ਵਿੱਚ ਪਰਿਵਰਤਨ ਆਉਂਦਾ ਹੈ, ਉਹਦਾ ਵਰਣਨ ਕੀਤਾ। ਅਤੇ ਉਹ ਕਹਿੰਦੀ ਹੈ ਕਿ ਉਹ ਇੱਕ ਦਿਨ ਆਏਗਾ ਜਦੋਂ ਲੋਕ ਆਪਣੇ ਹੱਕ ਖੋਹ ਲੈਣਗੇ। ਇਸ ਕਵਿਤਾ ਵਿੱਚ ਕੰਡਿਆਲੇ ਕਿੱਕਰ ਨੂੰ ਉਸਨੇ ਪੂੰਜੀਪਤੀ ਜਾਂ ਸਰਮਾਏਦਾਰੀ ਸ਼੍ਰੇਣੀ ਦਾ ਪ੍ਰਤੀਕ ਬਣਾਇਆ। ਅਤੇ ਇਹਦੇ ਵਿੱਚ
ਸਾਰੀ ਕਵਿਤਾ ਵਿੱਚ ਕਿੱਕਰ ਨੂੰ ਸੰਬੋਧਿਤ ਕਰਦੀ ਹੈ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਚੇਤ ਦਾ ਮਹੀਨਾ ਚੜ੍ਹ ਗਿਆ ਹੈ, ਹੁਣ ਕਿਰਤੀ ਕਿਸਾਨ ਜਾਗ ਪਏ ਹਨ। ਪੈਲੀਆਂ ਖੇਤ ਜਾਗ ਪਏ ਹਨ, ਭਾਵ ਕਿਰਤੀ ਕਿਸਾਨ ਜਾਗ ਪਏ ਹਨ, ਜਿਸ ਦੇ ਸਦਕੇ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਹਨ। ਕਿੱਕਰਾ ਵੇ ਕੰਡਿਆਲਿਆ ਚੜ੍ਹਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ 'ਤੇ ਉੱਡ ਉੱਡ ਪੈਂਦੀ ਰਾਖ। ਵਿਸਾਖ ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਵਿੱਚ ਕਿਸਾਨਾਂ ਵਿੱਚ ਆਈ ਜਾਗਰਤੀ ਕਾਰਨ ਸਾਮਰਾਜਵਾਦ ਪੂੰਜੀਵਾਦ ਦੇ ਸਿਰ ਖੇ ਪੈ ਰਹੀ ਹੈ। ਉਹ ਨਿਰਬਲ ਅਤੇ ਨਿਤਾਣਾ ਹੋ ਕੇ ਸ਼ਰਮਿੰਦਾ ਹੋ ਰਿਹਾ ਹੈ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਜੇਠ, ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਜੇਠ ਦਾ ਮਹੀਨਾ ਚੜ੍ਹ ਗਿਆ ਹੈ, ਤੇਰੇ ਹੇਠਾਂ ਧਰਤੀ ਆਕੜਾਂ ਭੰਨ ਰਹੀ ਹੈ, ਭਾਵ ਤਬਦੀਲੀ ਲਈ ਤਿਆਰ ਹੋ ਰਹੀ ਹੈ। ਕਿਰਤੀ ਕਿਸਾਨ ਜਾਗ ਪਏ ਹਨ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਹਾੜ, ਕਿੰਨਾ ਕੁ ਚਿਰ ਹੰਢ ਦੀ ਕੱਖ ਕਾਣ ਦੀ ਵਾੜ। ਹਾੜ ਦਾ ਮਹੀਨਾ ਆ ਗਿਆ ਹੈ। ਸਰਮਾਏਦਾਰੀ ਅਤੇ ਜ਼ਿਮੀਂਦਾਰੀ ਕੱਖਾਂ ਅਤੇ ਕਾਨਿਆਂ ਦੀ ਵਾੜ ਵਾਂਗ ਕੱਚੀ ਹੈ, ਉਹ ਕਦੇ ਵੀ ਢਹਿ ਸਕਦੀ ਹੈ। ਹੁਣ ਇਹ ਢੇਰ ਚਿਰ ਟਿਕੀ ਨਹੀਂ ਰਹੇਗੀ, ਭਾਵ ਕਿਰਤੀ ਕਿਸਾਨਾਂ ਦੀ ਅਥਾਹ ਸ਼ਕਤੀ ਪੂੰਜੀਵਾਦੀ ਨਿਜ਼ਾਮ ਨੂੰ ਕੁਚਲ ਦੇਵੇਗੀ, ਖਤਮ ਕਰ ਦੇਵੇਗੀ। ਕਿੱਕਰਾ ਵੇ ਕੰਡਿਆਲਿਆ ਅੱਗੋਂ ਚੜ੍ਹਿਆ ਸਾਉਣ, ਦਾ ਵਾਨਲ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਸਾਉਣ ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਵਿੱਚ ਜਿਵੇਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਕਿਰਤੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਸ਼ਕਤੀ ਅਤੇ ਸਰਮਾਏਦਾਰੀ ਦੇ ਨਾਸ ਦੀ ਵਿਚਾਰਧਾਰਾ ਬੜੀ ਤੇਜ਼ੀ ਨਾਲ ਜੰਗਲ ਦੀ ਅੱਗ ਵਾਂਗ ਫੈਲਦੀ ਜਾ ਰਹੀ ਹੈ। ਇਸ ਨੂੰ ਬੁਝਾਉਣਾ ਹੁਣ ਮੁਸ਼ਕਿਲ ਹੈ, ਉਸ ਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ। ਕਿੱਕਰਾ ਵੇ ਕੰਡਿਆਲਿਆ ਭਾਦੋਂ ਹੈ ਸਵੇਰ, ਵੇਲਣ ਵਿੱਚ ਨਪੀੜੀਆਂ ਛਿੱਲਾਂ ਉਗੀਆਂ ਫੇਰ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਭਾਦੋਂ ਦੇ ਮਹੀਨੇ ਦੇ ਚੜ੍ਹਨ ਨਾਲ ਇੱਕ ਨਵਾਂ ਚਮਤਕਾਰ ਵਾਪਰਿਆ ਹੈ। ਵੇਲਣੇ ਵਿੱਚ ਨਪੀੜਿਆ ਗਿਆ ਕਮਾਦ ਮੁੜ ਉੱਗਣ ਲੱਗ ਪਿਆ ਹੈ, ਭਾਵ ਕਮਾਦ ਦੀਆਂ ਛਿੱਲਾਂ ਰੂਪੀ ਕਿਰਤੀ ਅਤੇ ਕਿਸਾਨ ਜਿਹੜੇ ਹਨ, ਜਿਨ੍ਹਾਂ ਨੂੰ ਸਾਮਰਾਜਵਾਦੀਆਂ ਨੇ ਵੇਲਣੇ ਵਿੱਚ ਨਪੀੜ ਰੱਖਿਆ ਸੀ, ਦਬਾ ਰੱਖਿਆ ਸੀ, ਹੁਣ ਉਹ ਨਵੇਂ ਜੋਸ਼ ਨਾਲ ਉੱਗ ਪਏ ਹਨ। ਉਹਨਾਂ ਦਾ ਜੋਸ਼ ਹੁਣ ਠੰਡਾ ਪੈਣ ਵਾਲਾ ਨਹੀਂ। ਕਿੱਕਰਾ ਵੇ ਕੰਡਿਆਲਿਆ ਅੱਸੂ ਚੜ੍ਹਿਆ ਅੱਜ, ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਪੱਜ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਅੱਸੂ ਦਾ ਮਹੀਨਾ ਚੜ੍ਹ ਗਿਆ ਹੈ। ਹੁਣ ਤੱਕ ਤਾਂ ਪੂੰਜੀਵਾਦੀਆਂ ਦੇ ਬਹਾਨੇ ਬਣਾ ਬਣਾ ਕੇ ਅਤੇ ਲਾਰੇ ਲਾ ਲਾ ਕੇ ਮਜ਼ਦੂਰਾਂ ਕਿਸਾਨਾਂ ਨੂੰ ਟਾਲੀ ਰੱਖਿਆ ਹੈ, ਪਰ ਹੁਣ ਇਹ ਇਹਨਾਂ ਦੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ। ਹੁਣ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਉਜਾਗਰ ਹੋ ਗਈ ਹੈ। ਹੁਣ ਲੋਕ ਇਹਨਾਂ ਦੇ ਲਾਰਿਆਂ ਦੇ ਵਿੱਚ ਨਹੀਂ ਆਉਣਗੇ। ਕਿੱਕਰਾ ਵੇ ਕੰਡਿਆਲਿਆ ਕੱਤਕ ਬਦਲੇ ਤੌਰ, ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ। ਅੰਮ੍ਰਿਤਾ ਪ੍ਰੀਤਮ ਕੰਡਿਆਲੇ ਕਿੱਕਰ ਨੂੰ ਸੰਬੋਧਿਤ ਕਰਕੇ ਕਹਿੰਦੀ ਹੈ ਕਿ ਕੱਤਕ ਦਾ ਮਹੀਨਾ ਆ ਗਿਆ ਹੈ, ਉਹਨੇ ਆਪਣੇ ਤੌਰ ਬਦਲ ਰਹੇ ਹਨ ਅਤੇ ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ, ਨਵਾਂ ਯੁੱਗ ਆ ਗਿਆ ਹੈ, ਲੋਕਾਂ ਦਾ ਯੁੱਗ ਆ ਗਿਆ ਹੈ। ਕਿੱਕਰਾ ਵੇ ਕੰਡਿਆਲਿਆ ਮੱਘਰ ਚੜ੍ਹਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਣ ਬਣਦੀ ਸਾਣ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਮੱਘਰ ਦਾ ਮਹੀਨਾ ਚੜ੍ਹ ਗਿਆ ਹੈ, ਜਿਸ ਕਾਰਨ ਹੁਣ ਹੋਰ ਵੀ ਵਧੇਰੇ ਪਰਿਵਰਤਨ ਆ ਗਿਆ ਹੈ। ਹੁਣ ਲੋਹੇ ਦੀ ਇੱਕ ਪੱਤਰੀ ਵੀ ਸਾਣ 'ਤੇ ਚੜ੍ਹਨ ਲੱਗੀ ਹੈ, ਉਸ ਵਿੱਚੋਂ ਤਿੱਖੇ ਅਤੇ ਤੇਜ਼ ਹਥਿਆਰ ਬਣਾਏ ਜਾਣ ਲੱਗੇ ਹਨ, ਭਾਵ ਕਿਰਤੀ ਕਿਸਾਨ ਵਿਦਰੋਹ ਦੀ ਤਿਆਰੀ ਵਿੱਚ ਜੁਟ ਪਏ ਹਨ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਪੋਹ ਦਾ ਮਹੀਨਾ ਇਸ ਨਾਲੋਂ ਵੀ ਅੱਗੇ ਵਧਣ ਲੱਗਾ ਹੈ। ਕਿਰਤੀ ਕਿਸਾਨ ਜਿਨ੍ਹਾਂ ਨੂੰ ਹੁਣ ਤੱਕ ਆਪਣੇ ਹੱਕਾਂ ਤੋਂ ਦੂਰ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਆਪਣੇ ਹੱਕਾਂ ਦੀ ਸੋਝੀ ਨਹੀਂ ਸੀ, ਉਹਨਾਂ ਨੂੰ ਆਪਣੇ ਹੱਕਾਂ ਦੀ ਸੋਝੀ ਹੋ ਗਈ ਹੈ। ਕਿਰਤੀ ਕਿਸਾਨ ਹੁਣ ਆਪਣੀ ਸ਼ਕਤੀ ਸਦਕੇ ਆਪਣੇ ਅਧਿਕਾਰ ਮੁੜ ਪ੍ਰਾਪਤ ਕਰ ਲੈਣਗੇ, ਉਹ ਆਪਣੇ ਹੱਕ ਆਪ ਖੋਹ ਕੇ ਲੈ ਲੈਣਗੇ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਮਾਘ, ਕਰਨ ਸਵਾਰੀ ਸਮੇਂ ਦੀ ਅਤੇ ਫੜਨ ਸਮੇਂ ਦੀ ਵਾਗ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਹੁਣ ਮਾਘ ਦਾ ਮਹੀਨਾ ਚੜ੍ਹ ਗਿਆ ਹੈ, ਹੁਣ ਇੱਕ ਵਾਰੀ ਫਿਰ ਪਰਿਵਰਤਨ ਆਏਗਾ। ਕਿਰਤੀ ਕਿਸਾਨ ਹੁਣ ਸਮੇਂ ਦੀ ਵਾਗ ਨੂੰ ਫੜ ਕੇ ਉਸ ਨੂੰ ਚੰਗੀ ਤਰ੍ਹਾਂ ਸੰਭਾਲ ਲੈਣਗੇ। ਹੁਣ ਸ਼ਕਤੀ ਉਹਨਾਂ ਦੇ ਹੱਥਾਂ ਵਿੱਚ ਹੋਵੇਗੀ,
ਅਤੇ ਹਰੇਕ ਕੰਮ ਉਹਨਾਂ ਦੀ ਇੱਛਾ ਅਨੁਸਾਰ ਹੋਵੇਗਾ। ਕਿਕਰਾ ਵੇ ਕੰਡਿਆਲਿਆ ਫੱਗਣ ਚੜਿਆ ਆਣ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ। ਅਖੀਰ ਵਿੱਚ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਹੁਣ ਲੋਕਾਂ ਦਾ ਯੁੱਗ ਭਾਵ ਲੋਕ ਰਾਜ ਆ ਗਿਆ ਹੈ। ਇਸ ਲਈ ਹੁਣ ਪੂੰਜੀਵਾਦ ਦੀ ਸ਼ਕਤੀ ਖਤਮ ਹੋ ਜਾਏਗੀ ਅਤੇ ਇਹ ਸ਼ਕਤੀ ਆਮ ਲੋਕਾਂ ਦੇ ਹੱਥਾਂ ਵਿੱਚ ਆਏਗੀ। ਲੁੱਟ ਖਸੁੱਟ ਬੰਦ ਹੋ ਜਾਏਗੀ। ਲੋਕ ਆਪਣੀ ਮਰਜ਼ੀ ਅਨੁਸਾਰ ਨਵਾਂ ਸਮਾਜ ਸਿਰਜ ਸਕਣਗੇ। ਉਹ ਆਪਣੀ ਸਰਕਾਰ ਬਣਾ ਸਕਣਗੇ। ਲੋਕਾਂ ਦਾ ਰਾਜ ਆ ਜਾਏਗਾ। ਇਸ ਤਰ੍ਹਾਂ ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਰੁੱਤਾਂ ਦੇ ਪਰਿਵਰਤਨ ਦੇ ਨਾਲ ਮਨੁੱਖੀ ਚੇਤਨਾ ਦੇ ਪਰਿਵਰਤਨ ਨੂੰ ਬਿਆਨ ਕੀਤਾ ਹੈ। ਅਗਲੀ ਕਵਿਤਾ ਹੈ ਕੰਨਿਆਦਾਨ। ਇਸ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਕੁੜੀ ਦੇ ਮਾਂ ਪਿਓ ਜੋ ਕੰਨਿਆਦਾਨ ਕਰਦੇ ਹਨ ਉਹਨਾਂ 'ਤੇ ਤਿੱਖਾ ਵਿਅੰਗ ਕੀਤਾ ਹੈ। ਉਹਨੇ ਇਸ ਵਿੱਚ ਦੱਸਿਆ ਹੈ ਕਿ ਕੰਨਿਆਦਾਨ ਦੇ ਮਹਾਤਮ ਦੀ ਗੱਲ ਕਰਨ ਵਾਲੇ ਅੰਦਰੋਂ ਇਸਤਰੀ ਪ੍ਰਤੀ ਕਿੰਨੇ ਵੈਸ਼ੀ ਹਨ। ਉਹ ਉਹਦੀ ਮਰਜ਼ੀ ਨਹੀਂ ਪੁੱਛਦੇ ਅਤੇ ਉਹਦੀ ਮਰਜ਼ੀ ਦੇ ਉਲਟ ਜ਼ਬਰਦਸਤੀ ਉਹਦਾ ਵਿਆਹ ਕਿਸੇ ਨਾਲ ਵੀ ਕਰ ਦਿੰਦੇ ਨੇ। ਦਾਨ ਦੇ ਨਾਂ ਹੇਠ ਉਹ ਅਸਲ ਵਿੱਚ ਇਸਤਰੀ ਜਾਤ ਦਾ ਅਪਮਾਨ ਕਰਦੇ ਨੇ। ਇਸਤਰੀ ਉਹਨਾਂ ਲਈ ਉਹ ਅਮੋਲਕ ਹੀਰਾ ਹੈ ਜਿਹੜਾ ਆਪਣਾ ਮੁੱਲ ਆਪ ਨਹੀਂ ਪਾ ਸਕਦਾ। ਰੱਤੀ ਮਹਿੰਦੀ ਨਾਲ ਲਬੇੜੀ ਸਾਲੂ ਵਿੱਚ ਲਪੇਟੀ, ਪੀਲੇ ਸੋਨੇ ਨਾਲ ਵਲੇਟੀ, ਮਾਸ ਦੀ ਬੋਟੀ ਕੁੱਖ ਦੀ ਬੇਟੀ। ਵਾਹ ਵਾਹ ਦਾਨੀ ਵਾਹ ਵਾਹ ਦਾਤੇ ਕਿੱਡੇ ਕਰਮ ਕਮਾਣ, ਜਿਹੜੀ ਝੋਲੀ ਤੱਕਣ ਉਹ ਹੀ ਪ੍ਰਵਾਨ। ਕਰਦੇ ਜਾਂਦੇ ਦਾਨ ਖੱਟਦੇ ਜਾਂਦੇ ਪੁੰਨ, ਗੰਗਾ ਦਾ ਇਸ਼ਨਾਨ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਵਿਆਹ ਵੇਲੇ ਕੁੜੀ ਦੇ ਮਾਪੇ ਉਸ ਦਾ ਕਈ ਤਰ੍ਹਾਂ ਨਾਲ ਹਾਰ ਸ਼ਿੰਗਾਰ ਕਰਦੇ ਹਨ। ਉਹਨਾਂ ਦੇ ਹੱਥਾਂ ਪੈਰਾਂ ਨੂੰ ਮਹਿੰਦੀ ਲਾ ਕੇ ਉਸ ਨੂੰ ਸ਼ਿੰਗਾਰਿਆ ਜਾਂਦਾ ਹੈ। ਉਸ ਨੂੰ ਲਾਲ ਸੂਹੇ ਸਾਲੂ ਵਿੱਚ ਲਪੇਟਿਆ ਜਾਂਦਾ ਹੈ। ਫਿਰ ਪੀਲੇ ਰੰਗ ਦੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ। ਇਹ ਕੁੜੀ ਵੀ ਕਿਸੇ ਦੇ ਜਿਗਰ ਦਾ ਟੁਕੜਾ ਹੁੰਦੀ ਹੈ ਜਿਹਨੇ ਆਪਣੀ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਹੁੰਦਾ ਹੈ। ਇਸ ਕੁੜੀ ਦੇ ਮਾਪੇ ਕਿੰਨੇ ਵੱਡੇ ਦਾਨੀ ਹਨ ਜੋ ਕਿੰਨਾ ਵੱਡਾ ਕਰਮ ਕਮਾਉਂਦੇ ਹਨ ਕਿ ਧਰਮ ਕਰਮ ਦੇ ਵਿਸ਼ਵਾਸ ਅਨੁਸਾਰ ਉਹਨਾਂ ਨੂੰ ਜੋ ਵੀ ਵਰ ਮਿਲਦਾ ਹੈ ਉਸ ਨੂੰ ਸਵੀਕਾਰ ਕਰਦੇ ਹੋਏ ਉਸ ਵਰ ਦੀ ਝੋਲੀ ਵਿੱਚ ਆਪਣੀ ਕੰਨਿਆ ਦਾ ਦਾਨ ਪਾ ਦਿੰਦੇ ਹਨ। ਉਹ ਸਮਝਦੇ ਹਨ ਕਿ ਇਹ ਕੰਨਿਆ ਦਾਨ ਉਹਨਾਂ ਲਈ ਗੰਗਾ ਇਸ਼ਨਾਨ ਵਾਂਗ ਹੈ। ਅੱਜ ਵੀ ਪਏ ਸਮਝਾਣ ਇਸ ਮਹਾਤਮ ਤੱਕ ਨਾ ਪਹੁੰਚੇ ਕੋਈ ਦਾਨਾਂ ਦਾ ਦਾਨ। ਮਹਾਦਾਨ ਨਾ ਸਿਰਦਾਨ, ਕੰਨਿਆ ਦਾਨ ਹੋਏ ਕਲਿਆਣ। ਹੀਰਾ ਕਦੇ ਨਾ ਕੂਏ ਗਊ ਕਦੇ ਨਾ ਬੋਲੇ, ਕੰਨਿਆ ਬੇਜ਼ੁਬਾਨ। ਰਜ ਰਜ ਦੇਵੋ ਦਾਨ ਦਾਨੀਓ, ਰਜ ਰਜ ਦੇਵੋ ਦਾਨ, ਕੰਨਿਆ ਦਾਨ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਇਹ ਮਾਪੇ ਅਜੇ ਵੀ ਇਸ ਵਿਸ਼ਵਾਸ ਦੇ ਧਾਰਨੀ ਨੇ ਕਿ ਕੰਨਿਆਦਾਨ ਤੋਂ ਵੱਡਾ ਹੋਰ ਕੋਈ ਵੀ ਦਾਨ ਨਹੀਂ। ਕੰਨਿਆਦਾਨ ਤਾਂ ਮਹਾਦਾਨ ਹੈ। ਇਹ ਤਾਂ ਦਾਨਾ ਸਿਰ ਦਾਨ ਹੈ। ਕੰਨਿਆਦਾਨ ਕਰਕੇ ਮਨੁੱਖ ਨੂੰ ਕਲਿਆਣ ਪ੍ਰਾਪਤ ਹੁੰਦਾ ਹੈ। ਹੀਰਾ ਅਤੇ ਗਾਂ ਹਮੇਸ਼ਾ ਚੁੱਪ ਰਹਿੰਦੇ ਹਨ। ਇਸੇ ਤਰ੍ਹਾਂ ਕੰਨਿਆ ਵੀ ਬੇਜ਼ੁਬਾਨ ਹੁੰਦੀ ਹੈ। ਉਹ ਆਪਣੇ ਮਾਪਿਆਂ ਅੱਗੇ ਬੋਲ ਨਹੀਂ ਸਕਦੀ। ਇਸਤਰੀ ਉਹ ਅਮੋਲਕ ਹੀਰਾ ਹੈ ਜਿਹੜਾ ਆਪਣਾ ਮੁੱਲ ਆਪ ਨਹੀਂ ਪਾ ਸਕਦੀ। ਇੱਥੇ ਕਵਿੱਤਰੀ ਅਜਿਹੇ ਬੇਜੋੜ ਕੰਨਿਆਦਾਨ ਕਰਨ ਵਾਲੇ ਮਾਪਿਆਂ 'ਤੇ ਵਿਅੰਗ ਕਰਦੀ ਹੋਈ ਕਹਿੰਦੀ ਹੈ ਕਿ ਉਹ ਮਾਪੇ ਮਹਾਦਾਨੀ ਹਨ ਜਿਹੜੇ ਆਪਣੀ ਧੀ ਦੀ ਮਰਜ਼ੀ ਦੇ ਉਲਟ ਕੰਨਿਆਦਾਨ ਕਰਦੇ ਹਨ। ਅਜਿਹਾ ਕੰਨਿਆਦਾਨ ਕਰਨ ਤੋਂ ਉਹਨਾਂ ਨੂੰ ਕੋਈ ਰੋਕ ਵੀ ਨਹੀਂ ਸਕਦਾ। ਇਹ ਸੀ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਦੀ ਵਿਆਖਿਆ। ਬਹੁਤ ਬਹੁਤ ਧੰਨਵਾਦ।